ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਪਰਦੀਆਂ ਸਰਗਰਮੀਆਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਕੈਨੇਡਾ ਵਿੱਚ ਹੁਣ ਫੈਡਰਲ ਚੋਣਾਂ ਦੀਆਂ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਅਜਿਹੀ ਹੀ ਕੁਝ ਸਰਗਰਮੀਆਂ ਤੇ ਹੋਰ ਖਬਰਾਂ ਤੇ ਰਹੇਗੀ ਨਜ਼ਰ ਅੱਜ NRI ਵਰਡ ਵਿੱਚ। ਬ੍ਰੈਂਪਟਨ ਵਿੱਚ ਬੀਤੇ ਦਿਨੀ ਸਿਟੀ ਵੱਲੋਂ ਕੁਝ ਘਰਾਂ ਵਿੱਚ ਛਾਪੇ ਮਾਰ ਕੇ ਬੇਸਮੈਂਟ ਦੀ ਚੈਕਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਬ੍ਰੈਂਪਟਨ ਦੇ ਰੈਜ਼ੀਡੈਂਟਸ ਨੇ ਮਿਲ ਕੇ ਇੱਕ ਟਾਊਨ ਹਾਲ ਮੀਟਿੰਗ ਕੀਤੀ ਤੇ ਕੁਝ ਸੰਜੀਦਾ ਮੁੱਦੇ ਵਿਚਾਰੇ। ਇਸ ਦੇ ਨਾਲ ਹੀ ਇਹਨਾਂ ਰੈਜ਼ੀਡੈਂਟਸ ਵੱਲੋਂ ਸਿਟੀ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਹੈ ਪੂਰਾ ਮਾਮਲਾ? ਪੇਸ਼ ਹੈ ਇੱਕ ਰਿਪੋਰਟ। We are having lots of safety issues. So in this meeting, we're gonna take those issues from our residents. ਪਿਛਲੇ ਕੁਝ ਮਹੀਨਿਆਂ ਤੋਂ ਬ੍ਰੈਂਪਟਨ ਦੇ ਵਿੱਚ ਘਰਾਂ ਦੇ ਮਾਲਕ ਸਿਟੀ ਦੀ ਬਿਲਡਿੰਗ ਡਿਵੀਜ਼ਨ ਤੋਂ ਕਾਫੀ ਚਿੰਤਤ ਹਨ। ਅਧਿਕਾਰੀਆਂ ਵੱਲੋਂ ਘਰਾਂ ਵਿੱਚ ਜੰਗੀ ਪੱਧਰ ਉੱਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਬ੍ਰੈਂਪਟਨ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਦੌਰਾਨ ਸਿਟੀ ਦੇ ਅਫਸਰਾਂ ਦਾ ਰਵੱਈਆ ਕਾਫੀ ਮੰਦਭਾਗਾ ਹੁੰਦਾ ਹੈ, ਜਿਸ ਕਰਕੇ ਕੁਝ ਚਿੰਤਤ ਨਿਵਾਸੀਆਂ ਨੇ ਇਕੱਠੇ ਹੋ ਕੇ ਆਪਣੀ ਆਵਾਜ਼ ਸੰਬੰਧਿਤ ਅਧਿਕਾਰੀਆਂ ਅਤੇ ਚੁਣੇ ਗਏ ਨੁਮਾਇੰਦਿਆਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ। ਸ਼ਹਿਰ ਵਾਸੀਆਂ ਨੇ ਬੀਤੇ ਦਿਨੀ ਇੱਕ ਜਨਤਕ ਮੀਟਿੰਗ ਰੱਖੀ, ਜਿਸ ਵਿੱਚ ਸੁਰੱਖਿਅਤ ਰਿਹਾਇਸ਼, ਬੱਸ ਸੁਵਿਧਾਵਾਂ, ਸ਼ਹਿਰ ਦੇ ਵਿੱਚ ਵੱਧ ਰਹੇ ਅਪਰਾਧ ਅਤੇ ਹੋਰ ਵੀ ਕਈ ਗੰਭੀਰ ਮੁੱਦੇ ਵਿਚਾਰੇ ਗਏ। We come out of the Brampton, we go to other town, cities, we feel that we are in Canada now. 2011 ਚੋਰੀ ਹੋਣ ਤੋਂ ਬਾਅਦ ਤਕਰੀਬਨ 3400 ਦੇ ਕਰੀਬ ਜਿਹੜੇ ਆ ਘਰਾਂ ਦੇ ਵਿੱਚ ਬ੍ਰੇਕਿੰਗਸ ਹੋਈ ਆ। ਪੁਲਿਸ ਵਾਲੇ ਜਿਹੜੀ ਆ ਉਸ ਐਕਟੀਵਿਟੀ ਨਹੀਂ ਹੋ ਰਹੀ, ਜਾਂ ਸਾਡੀ ਅਫੋਰਡੇਬਲ ਹਾਊਸਿੰਗ ਹੈ, ਚਾਹੇ ਸਾਡੇ ਇਨਫਰਾਸਟ੍ਰਕਚਰ ਦੀ ਕਮੀ ਹੈ। ਸਾਡੇ ਬ੍ਰੈਂਪਟਨ ਜਦੋਂ ਬਾਹਰ ਨਿਕਲਦੇ ਐਂ ਲੱਗਦਾ ਸੀ ਕੈਨੇਡਾ 'ਚ ਹੁਣ ਆਏ ਆ। ਬ੍ਰੈਂਪਟਨ 'ਚੋਂ ਬਾਹਰ ਨਿਕਲ ਕੇ ਇਹ ਹਾਲ ਨਹੀਂ ਹੋਣੇ ਚਾਹੀਦੇ ਸੀ। ਅੱਜ ਇੱਕ ਮੀਟਿੰਗ ਟਾਊਨ ਹਾਲ ਮੀਟਿੰਗ ਰੱਖੀ ਸੀ ਤੇ ਬ੍ਰੈਂਪਟਨ ਦੇ ਨਿਵਾਸੀ ਬਹੁਤ ਪਰੇਸ਼ਾਨ ਆ। ਇੱਕ ਤੇ ਹਾਊਸਿੰਗ ਦੀ ਬਹੁਤ ਵੱਡੀ ਕ੍ਰਾਈਸਿਸ ਹੈਗੀ ਹੈ ਇੱਥੇ, ਸੋ ਉਹਨੂੰ ਹੱਲ ਕਰਨ ਲਈ ਬੇਸਮੈਂਟ ਅਪਾਰਟਮੈਂਟ ਬਹੁਤ ਲੰਬੇ ਸਮੇਂ ਤੋਂ ਇੱਕ ਸੋਲੂਸ਼ਨ ਸੀ, ਟੈਂਪਰੇਰੀ ਜੁਗਾੜੀ ਸੋਲੂਸ਼ਨ ਸੀ, ਪਰ ਹੁਣ ਉਹਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿਟੀ। ਇਸ ਮੌਕੇ ਬ੍ਰੈਂਪਟਨ ਦੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਸਣੇ ਰੀਜਨਲ ਅਤੇ ਸਿਟੀ ਕਾਉਂਸਲਰਸ ਵੀ ਮੌਜੂਦ ਸਨ। ਕਾਉਂਸਲਰਸ ਨੇ ਕਿਹਾ ਕਿ ਬ੍ਰੈਂਪਟਨ ਨਿਵਾਸੀਆਂ ਨੂੰ ਆਪਣੀ ਮੁਸ਼ਕਿਲਾਂ ਬਾਰੇ ਸਿਟੀ ਦੇ ਅਧਿਕਾਰੀਆਂ ਨੂੰ ਦੱਸਣ ਦਾ ਪੂਰਾ ਹੱਕ ਹੈ। ਸੋ ਅੱਜ ਅਸੀਂ ਇੱਥੇ ਟਾਊਨ ਹਾਲ ਤੇ ਪਹੁੰਚੇ ਹਾਂ, ਟ੍ਰੇਨਰ ਮਿਲਰ ਰੈਕ੍ਰੀਏਸ਼ਨ ਸੈਂਟਰ, ਜਿੱਥੇ ਅਫੋਰਡੇਬਲ ਹਾਊਸਿੰਗ, ਆਪਣੇ ਬੇਸਮੈਂਟਸ ਬਾਰੇ ਤੇ ਕ੍ਰਾਈਮ ਸੇਫਟੀ ਬਾਰੇ ਡਿਸਕਸ਼ਨ ਹੋਈ ਹੈ। ਸੋ ਅਫੋਰਡੇਬਲ ਹਾਊਸਿੰਗ ਉਹ ਚੀਜ਼ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਪਬਲਿਕ ਹਾਊਸਿੰਗ ਵਾਸਤੇ ਟੂ ਦ ਰੀਜਨ ਅਪੀਅਰ ਜੇ ਤੁਹਾਡੀ ਇਨ ਤਨਖਾਹ ਘੱਟ ਹੈ। ਪਰ ਆਈ ਗੈਸ ਮੇਨ ਡਿਸਕਸ਼ਨ ਅੱਜ ਬੇਸਮੈਂਟਸ ਦੀ ਸੀਗੀ। ਲੋਕੀ ਫੀਲ ਕਰਦੇ ਆ ਕਿ ਜਿਹੜੇ ਆਪਣੇ ਬਾਇਲਾ ਆਫਿਸਰਸ ਨੇ ਉਹ ਥੋੜ੍ਹੇ ਜਿਹੇ ਧੱਕਾ ਕਰਦੇ ਆ, ਅਤੇ ਕਈ ਵਾਰੀ ਇੱਕ ਇੰਸਪੈਕਟਰ ਆਉਂਦਾ, ਉਹ ਕੋਈ ਗੱਲ ਕਹਿੰਦਾ ਅਤੇ ਦੂਜਾ ਇੰਸਪੈਕਟਰ ਆਉਂਦਾ ਹੋਰ ਕੋਈ ਗੱਲ ਕਰ ਦਿੰਦੇ ਆ। ਸੋ ਕਈ ਫੀਲ ਕਰਦੇ ਕਿ ਹਰਾਸਮੈਂਟ ਵੀ ਹੁੰਦੀ ਹੈ। ਸੋ ਐਬਸੋਲੂਟਲੀ ਜੇ ਤੁਸੀਂ ਫੀਲ ਕਰਦੇ ਕਿ ਤੁਸੀਂ ਤੁਹਾਡੇ ਨਾਲ ਹਰਾਸਮੈਂਟ ਹੋਈ ਹੈ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ gurpreet.ਢਿੱਲੋਂ Brampton.905 874 2609। It's unacceptable. The regulations and the Ontario Building Code are very clear on how a second unit is to be built, but we're hearing from residents in the community that the administration of those rules is creating an undue hardship for people in the community to finish their basements. And so we're hearing that loud and clear, and that's why the City of Brampton has initiated a review on basement apartments, second units, to make sure that our bylaw officers and our building inspectors are working collaboratively with homeowners. ਜ਼ਿਕਰਯੋਗ ਹੈ ਕਿ ਬ੍ਰੈਂਪਟਨ ਦੇ ਬੋਵੇਡ ਅਤੇ ਫਰਨ ਫੋਰੈਸਟ, ਚਿੰਕੂਜ਼ੀ ਅਤੇ ਵਿਲੀਅਮਸ ਪਾਰਕਵੇ, ਬ੍ਰਾਮਲੀ, ਸੈਂਡਲਵੁੱਡ ਅਤੇ ਡਿਕਸੀ ਕੁਈਨ ਦੇ ਏਰੀਆ ਵਿੱਚ ਸਿਟੀ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਘਰਾਂ ਦੇ ਵਿੱਚ ਅਫਸਰ ਨੋਟਿਸ ਦੇਣ ਸਾਰ ਹੀ ਬੇਸਮੈਂਟ ਅੰਦਰ ਵੜ ਗਏ ਅਤੇ ਫੋਟੋਆਂ ਖਿੱਚਣ ਲੱਗ ਪਏ। ਟਾਊਨ ਹਾਲ ਮੀਟਿੰਗ ਅਟੈਂਡ ਕਰ ਰਹੇ ਲੋਕਾਂ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਬ੍ਰੈਂਪਟਨ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਮਿਲ ਕੇ ਹੱਲ ਲੱਭਣਾ ਹੈ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਮਕਾਨ ਮਾਲਕਾਂ ਦਾ ਇੱਕ ਗਰੁੱਪ ਸਿਟੀ ਹਾਲ ਜਾ ਕੇ ਮੇਅਰ ਅਤੇ ਕਾਉਂਸਲਰਸ ਦੇ ਨਾਲ ਵੀ ਜਲਦ ਹੀ ਮੁਲਾਕਾਤ ਕਰੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਸਿਸਾਗਾ ਵਿੱਚ ਆਯੋਜਿਤ ਕੀਤੀ ਗਈ ਗੁਰੂ ਨਾਨਕ ਕਾਰ ਰੈਲੀ। ਇਸ ਸਾਲ ਇਸ ਕਾਰ ਰੈਲੀ ਦਾ 20ਵਾਂ ਸਾਲ ਸੀ। ਇਸ ਵਾਰ ਇਹ ਕਾਰ ਰੈਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੀ ਸਮਰਪਿਤ ਸੀ। ਇਸ ਕਾਰ ਰੈਲੀ ਤੋਂ ਜੋ ਫੰਡ ਇਕੱਤਰ ਹੋਇਆ ਉਹ ਬ੍ਰੈਂਪਟਨ ਦੇ ਹਸਪਤਾਲਾਂ ਲਈ ਦਿੱਤਾ ਗਿਆ।
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਗਿਆ ਸੀ। ਐਸੇ ਸੁਨੇਹੇ ਤਹਿਤ ਹਰ ਸਾਲ GTA ਵਿੱਚ ਆਯੋਜਿਤ ਕੀਤੀ ਜਾਂਦੀ ਹੈ ਗੁਰੂ ਨਾਨਕ ਕਾਰ ਰੈਲੀ, ਜੋ ਕਿ ਇੱਕ ਚੈਰਿਟੀ ਇਵੈਂਟ ਹੈ। ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਯੂਨਾਈਟਿਡ ਸਪੋਰਟਸ ਕਲੱਬ, ਸਿੱਖ ਸਪੋਰਟਸ ਕਲੱਬ ਤੇ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਰ ਰੈਲੀ ਆਯੋਜਿਤ ਕੀਤੀ ਗਈ। ਇਸ ਸਾਲ ਇਸ ਰੈਲੀ ਦਾ 20ਵਾਂ ਸਾਲ ਸੀ। Given this is the 550th anniversary of Guru Nanak Dev Ji, this is a year, if any, that we should be doing a little bit more to help those that are less fortunate, to help those in need. Great to be here at the Guru Nanak Dev Ji a car rally. This is an opportunity to come together as a community to support William Osler Hospital, Brampton Civic site, to Major Nagra and his team. I just want to say thank you. When you think about this, the 550th anniversary of Guru Nanak, boy, is this an appropriate year to really be giving more, to looking at how we can help in our community, and supporting the hospital is one great way. ਹਰ ਸਾਲ ਅਸੀਂ ਪਹੁੰਚਦੇ ਹਾਂ ਤੇ ਅਸੀਂ ਸਪੋਰਟ ਕਰਦੇ ਇਹਨਾਂ ਨੂੰ ਕਿ ਬਹੁਤ ਵਧੀਆ ਕਾਜ਼ ਵਾਸਤੇ ਇਹ ਕਰ ਰਹੇ ਨੇ। ਸੋ ਇਸ ਸਾਲ ਹੁਣ ਹਰੇਕ ਸਾਲ ਇਹ ਵਿਲੀਅਮ ਔਸਲਰ ਹੈਲਥ ਸੈਂਟਰ ਨੂੰ ਡੋਨੇਸ਼ਨਸ ਦਿੰਦੇ ਆ ਤੇ ਇੱਕ ਰੈਲੀ ਹੁੰਦੀ ਜਿੱਥੇ ਕਾਰਾਂ ਤੇ ਮੋਟਰਸਾਈਕਲ ਵਗੈਰਾ ਉਹ ਫਿਰ ਚੱਕਰ ਮਾਰਦੇ ਹਨ। ਸੋ ਇਟਸ ਰੀਲੀ ਗੁੱਡ ਕਾਜ਼ ਤੇ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਤੁਸੀਂ ਵੀ ਡੋਨੇਟ ਕਰੋ ਵਿਲੀਅਮ ਔਸਲਰ ਨੂੰ। ਸਾਡੇ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਹਾਂ ਗੁਰੂ ਨਾਨਕ ਕਾਰ ਰੈਲੀ, ਹਰ ਸਾਲਾਂ ਦੇ ਸਾਲ ਕਰਦੇ ਹਾਂ। ਸਾਨੂੰ 20 ਸਾਲ ਹੋ ਗਏ ਕਾਰ ਰੈਲੀ ਇੱਥੇ ਕਰਦਿਆਂ ਨੂੰ, ਤੇ ਅੱਗੇ ਤੋਂ ਅੱਗੇ ਇੰਪਰੂਵਮੈਂਟ ਹੋ ਰਹੀ ਹੈ। ਇਹਦਾ ਮੇਨ ਵਜ੍ਹਾ ਇਹ ਆ ਕਿ ਇੱਕ ਨਵਾਂ ਇਵੈਂਟ ਸ਼ੁਰੂ ਕੀਤਾ ਆ। ਨੈਕਸਟ ਈਅਰ ਅਸੀਂ ਇੱਥੇ ਸ਼ੋਅ ਵੀ ਕਰ ਰਹੇ ਹਾਂ ਕਾਰਾਂ ਦਾ, ਪਹਿਲੀ ਵਾਰੀ ਹੋਏਗਾ ਉਹ ਵੀ ਆਪਣੇ ਗੁਰਦੁਆਰੇ ਸਾਹਿਬਾਂ 'ਚ ਕਰਦੇ ਆਏ ਹਾਂ। ਫੰਡ ਰੇਜ਼ ਕਰਦੇ ਹਾਂ ਅਸੀਂ, ਜਿੰਨਾ ਵੀ ਹੁੰਦਾ ਹਸਪਤਾਲ ਨੂੰ ਤੁਹਾਨੂੰ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਜਿੱਥੇ ਲੱਗੇ ਅਸੀਂ ਸ਼ੁਰੂਆਤ ਕਰਕੇ ਸਾਰੀ ਕੌਮ ਨੇ ਸਾਡਾ ਸਾਥ ਦਿੱਤਾ, ਤੇ ਉਹ ਚੀਜ਼ ਹੁਣ ਅੱਛੀ ਲੱਗ ਰਹੀ ਹੈ ਸਾਰਿਆਂ ਨੂੰ, ਤੇ ਅੱਛੇ ਕੰਮ ਕਰਾਂਗੇ। ਕਿਉਂਕਿ ਹਸਪਤਾਲ ਜਿਹੜੇ ਐਸਾ ਅਸੀਂ ਫੰਡ ਰੇਜ਼ ਕਰਦੇ ਹਾਂ, ਸਿੱਖ ਚਿਲਡਰਨ ਹਸਪਤਾਲ ਅਸੀਂ ਵੀ ਕੀਤਾ, ਕਿਉਂਕਿ ਉੱਥੇ ਸਾਡੇ ਬੱਚਿਆਂ ਨੇ ਵੀ ਜਾਣਾ ਔਰ ਅਸੀਂ ਆਣ ਕੇ ਇੱਥੇ ਬੱਚੇ ਸਾਡਿਆਂ ਨੇ ਜਨਮ ਵੀ ਲੈਣਾ, ਔਰ ਅਸੀਂ ਜਿਹੜੇ ਮੁੜ ਕੇ ਵੀ ਜਾਣਾ ਦੁਨੀਆ ਛੱਡ ਕੇ, ਤਾਂ ਉੱਥੋਂ ਹੋ ਕੇ ਜਾਣਾ ਪੈਂਦਾ। ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਵੱਲੋਂ ਇਸ ਵਾਰੀ 21ਵੀਂ ਸਾਲਾਨਾ ਗੁਰੂ ਨਾਨਕ ਕਾਰ ਰੈਲੀ ਕਰਵਾਈ ਜਾ ਰਹੀ ਹੈ ਜੀ। ਗੁਰੂ ਨਾਨਕ ਕਾਰ ਰੈਲੀ ਅਸੀਂ ਫੰਡ ਰੇਜ਼ਿੰਗ ਈਵੈਂਟ ਦੇ ਤੌਰ ਦੇ ਉੱਤੇ ਕਰਦੇ ਹੁੰਦੇ ਹਾਂ, ਔਰ ਇੱਥੇ ਨਾਲ ਦੀ ਨਾਲ ਫੈਮਿਲੀ ਪਿਕਨਿਕ ਹੁੰਦੀ ਹੈ। ਸੋ 21 ਇਅਰਸ ਦੇ ਵਿੱਚ ਗੁਰੂ ਨਾਨਕ ਫਾਊਂਡੇਸ਼ਨ ਨੇ ਤਕਰੀਬਨ $250,000 ਵਿਲੀਅਮ ਔਸਲਰ ਹੈਲਥ ਸੈਂਟਰ ਫਾਊਂਡੇਸ਼ਨ ਦੇ ਵੱਖ-ਵੱਖ ਹਸਪਤਾਲਾਂ ਲਈ ਇਕੱਠਾ ਕੀਤਾ। ਸ਼ੁਰੂਆਤ ਇਸ ਦੀ ਹੋਈ ਸੀ ਜਿਹੜਾ ਕ੍ਰੈਟ ਵੈਲੀ ਹਸਪੀਟਲ ਹੈ ਜੀ ਉਹ ਤੋਂ, ਤੇ ਉਸ ਦੇ ਨਾਲ ਫਿਰ ਹੌਲੀ ਕਰਦੇ ਜਿਹੜਾ ਹੈ ਜੀ ਇਹ ਅੱਜ 21 ਸਾਲਾਂ ਤੋਂ ਬਾਅਦ ਇਹਦੇ 'ਚ ਐਡਵੈਂਚਰ ਸਪੋਰਟ ਕਾਰ ਰੈਲੀ ਜਿਹੜੀ ਕਿ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਹੁੰਦੀ ਹੈ। ਤੇ ਇਸ ਵਾਰ ਸਾਡੇ ਨਾਲ ਫਿਰ ਵਿਲੀਅਮ ਔਸਲਰ ਹੈਲਥ ਸੈਂਟਰ ਜਿਹੜਾ ਹੈ ਜੀ ਉਹ ਸਾਡੇ ਨਾਲ ਫਿਰ ਇੱਕ ਵਾਰੀ ਉਹਨਾਂ ਨੇ ਹੱਥ ਮਿਲਾਏ ਨੇ, ਔਰ ਇਸੇ ਤਰ੍ਹਾਂ ਯੂਨਾਈਟਿਡ ਸਪੋਰਟਸ ਕਲੱਬ ਤੇ ਹੋਰ ਜਿਹੜੇ ਕਲੱਬ ਨੇ ਜੀ ਭਾਈਚਾਰੇ ਦੇ ਉਹ ਵੀ ਸਾਡੇ ਨਾਲ ਹੁੰਦੇ ਨੇ, ਔਰ ਬਹੁਤ ਸਾਰਾ ਸਹਿਯੋਗ ਸਾਨੂੰ ਵਪਾਰੀ ਬਿਜ਼ਨਸਮੈਨ ਭਰਾਵਾਂ ਦਾ ਮਿਲਦਾ ਹੈ। मैं ये देख रहा हूँ कि गुरु नानक पीस फाउंडेशन इज़ डूइंग ए वेरी वंडरफुल जॉब, और यहाँ पे जो इंडियन कम्युनिटी के सारे लोग यहाँ पे आके सब लोग एक इवेंट्स को सेलिब्रेट कर रहे हैं, और इसमें जो है यूथ इसमें पार्टिसिपेट कर रहा है, और इससे बहुत अच्छी यहाँ पे जेलिंग, आपस में बहुत अच्छी जेलिंग हो रही है। और इंडियन कम्युनिटी ये प्रूव कर रही है यहाँ पे कि हम लोग कितने मेहनत से आगे प्रोग्रेस कर सकते हैं, और किस तरह से दूसरी कम्युनिटी के साथ जेलिंग कर सकते हैं, किस तरह से दूसरे मल्टी कल्चर में हम लोग कैसे एब्जॉर्ब हो सकते हैं। I just really want to congratulate you on your great success and thank you very much for what you're all doing together. I know you are doing this out of the goodness of your hearts, and you're getting together to have a family celebration as well, and a family picnic. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਅੱਗੇ ਤੋਰਦਿਆਂ ਇਸ ਰੈਲੀ ਤੋਂ ਇਕੱਤਰ ਹੁੰਦੀ ਰਾਸ਼ੀ ਚੈਰਿਟੀ ਲਈ ਦਿੱਤੀ ਜਾਂਦੀ ਹੈ। ਇਸ ਸਾਲ ਵੀ ਇਕੱਤਰ ਹੋਈ ਰਾਸ਼ੀ ਬ੍ਰੈਂਪਟਨ ਦੇ ਹਸਪਤਾਲਾਂ ਲਈ ਦਿੱਤੀ ਗਈ। ਤੇ ਹੁਣ ਗੱਲ ਕਰਦੇ ਹਾਂ ਰਨ ਫॉर ਡਾਇਬੀਟੀਜ਼ ਇਵੈਂਟ ਦੀ। ਬੀਤੇ ਦਿਨੀ ਰਨ ਫॉर ਡਾਇਬੀਟੀਜ਼ ਇਵੈਂਟ ਆਯੋਜਿਤ ਕੀਤਾ ਗਿਆ, ਜੋ ਕਿ ਇੱਕ ਚੈਰਿਟੀ ਇਵੈਂਟ ਹੈ, ਤੇ ਇਸ ਤੋਂ ਇਕੱਤਰ ਹੋਈ ਰਾਸ਼ੀ ਡਾਇਬੀਟਿਕ ਪੇਸ਼ੈਂਟਸ ਲਈ ਦਿੱਤੀ ਜਾਂਦੀ ਹੈ। ਇਸ ਵਾਰ ਇਸ ਰਨ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ, ਤੇ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਸਨ। ਯੂਥ ਫॉर ਕਮਿਊਨਿਟੀ ਸੰਸਥਾ ਵੱਲੋਂ ਸੈਕੰਡ ਐਨੂਅਲ ਰਨ ਫॉर ਡਾਇਬੀਟੀਜ਼ ਰੱਖੀ ਗਈ। ਬ੍ਰੈਂਪਟਨ ਦੇ ਚਿੰਕੂਜ਼ੀ ਪਾਰਕ ਵਿਖੇ ਕਰਵਾਏ ਗਏ ਇਸ ਕਮਿਊਨਿਟੀ ਇਵੈਂਟ ਵਿੱਚ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਦੇ ਖਤਰਿਆਂ ਬਾਰੇ ਜਾਗਰੂਕ ਕੀਤਾ ਗਿਆ, ਅਤੇ ਡਾਇਬੀਟੀਜ਼ ਕੈਨੇਡਾ ਤੇ ਡਾਇਬੀਟੀਜ਼ ਟਾਈਪ 1 ਨਾਲ ਜੂਝ ਰਹੇ ਬੱਚਿਆਂ ਅਤੇ ਪਰਿਵਾਰਾਂ ਲਈ ਫੰਡਸ ਇਕੱਤਰ ਕੀਤੇ ਗਏ।
volunteers to support this run and hope you have a wonderful run. ਅੱਜ ਬਹੁਤ ਹੀ ਚੰਗੀ ਗੱਲ ਹੈ ਕਿ ਯੂਥ ਫॉर ਕਮਿਊਨਿਟੀ ਦੇ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੇ ਡਾਇਬੀਟੀਜ਼ ਲਈ ਰਨ ਦਾ ਪ੍ਰਬੰਧ ਕੀਤਾ ਹੋਇਆ ਹੈਗਾ। ਸਾਨੂੰ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਹੈ ਸਾਡੀ ਕਮਿਊਨਿਟੀ ਵਿੱਚ। ਜੇ ਤੁਸੀਂ ਦੇਖੋ ਕਿ ਡਾਇਬੀਟੀਜ਼ ਦਾ ਜਿਹੜਾ ਹੈਗਾ ਬਹੁਤ ਹੀ ਇਸ਼ੂ ਹੈਗਾ, ਸੋ ਸਾਨੂੰ ਜਿਹੜਾ ਇੱਕ ਤਾਂ ਹੈਲਥੀ ਜਿਹੜਾ ਲਾਈਫ ਸਟਾਈਲ ਬਣਾਉਣਾ ਚਾਹੀਦਾ। ਜਿਹੜਾ ਕੈਨੇਡਾ ਫੂਡ ਗਾਈਡ ਹੈ, ਜਿਹੜੀ ਸਾਡੀ ਸਰਕਾਰ ਨੇ 26 ਲੈਂਗੁਏਜ ਦੇ ਵਿੱਚ ਵੀ ਇਹਨੂੰ ਟਰਾਂਸਲੇਟ ਕੀਤਾ, ਉਹ ਤੋਂ ਜ਼ਰੂਰ ਫਾਇਦਾ ਉਠਾਉਣਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਲੈਂਗੁਏਜ ਵਿੱਚ ਫੂਡ ਚੋਇਸਿਸ ਬਣਾ ਸਕੋ। ਕੈਨੇਡਾ ਕੰਟਰੀ ਆ ਜਿਹਨੇ ਇਨਸੂਲਿਨ ਸਾਰੇ ਵਰਲਡ ਨੂੰ ਦਿੱਤੀ ਹੈਗੀ ਆ, ਵਾਈ ਕੈਨੋਟ ਵੀ ਲੀਡ ਦਾ ਵੇ। ਸੋ ਇਹ ਜ਼ਰੂਰੀ ਗੱਲ ਹੈਗੀ ਆ ਕਿ ਜੇ ਅਸੀਂ ਹੈਲਥੀ ਲਾਈਫ ਸਟਾਈਲ ਬਣਾਵਾਂਗੇ ਤਾਂ ਜ਼ਰੂਰ ਅਸੀਂ ਆਪਣਾ ਜਿਹੜਾ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ, ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ। ਆਪਾਂ ਦੇਖਦੇ ਹਾਂ ਆਪਣੀ ਕਮਿਊਨਿਟੀ ਵਿੱਚ ਕਾਫੀ ਡਾਇਬੀਟੀਜ਼ ਦੀ ਇਸ਼ੂ ਆ ਰਹੇ ਆ ਆਪਣੀ ਕਮਿਊਨਿਟੀ ਵਿੱਚ ਵੀ, ਬਟ ਆਲ ਓਵਰ ਬਰੈਂਪਟਨ ਐਂਡ ਕੈਨੇਡਾ। ਸੋ ਅੱਜ ਦੀ ਜਿਹੜੀ ਵਾਕ ਹੈ ਤੇ ਰਨ ਆ ਇਸ ਟੂ ਪ੍ਰਮੋਟ ਹੈਲਥੀ ਲਾਈਫ ਸਟਾਈਲ ਕਿ ਆਪਾਂ ਫੂਡ ਦੇ ਕੇ ਖਾਈਏ, ਹੈਲਥੀ ਫੂਡ ਖਾਈਏ। ਅਤੇ ਆਪਣੀ ਕਮਿਊਨਿਟੀ ਮੈਂ ਆਹੀ ਬੇਨਤੀ ਕਰਦਾ ਕਿ ਆਪਾਂ ਬਾਹਰ ਜਾ ਕੇ ਥੋੜ੍ਹਾ ਐਕਟਿਵ ਰਹੀਏ। ਵਿੰਟਰ ਆ ਜਾਣੀ ਆ, ਔਖਾ ਹੋ ਜਾਣਾ ਬਾਹਰ ਜਾਣ ਵਾਸਤੇ, ਪਰ ਪਲੀਜ਼ whether it's the gym, whatever it is, get active because ਆਪਾਂ ਆਹ ਜਿਹੜੀ ਇਸ਼ੂਜ਼ ਆ ਪ੍ਰੀਵੈਂਟ ਕਰ ਸਕਦੇ ਹਾਂ। ਡਾਇਬੀਟੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੀਲ ਰੀਜਨ ਨੰਬਰ 1 ਹੈਗਾ। ਸੋ ਬਹੁਤ ਜ਼ਰੂਰੀ ਹੈਗਾ ਕਿ ਜਿਹੜੇ ਇੱਦਾਂ ਦੇ ਇਵੈਂਟਸ ਨੇ ਉਹਨਾਂ ਨਾਲ ਅਸੀਂ ਹੋਰ ਜ਼ਿਆਦਾ ਅਵੇਅਰਨੈਸ ਜਿਹੜੀ ਹੈ ਉਹ ਕਮਿਊਨਿਟੀ ਦੇ ਵਿੱਚ ਕ੍ਰੀਏਟ ਕਰੀਏ। ਸਪੈਸੀਫਿਕਲੀ ਸਾਊਥ ਏਸ਼ੀਅਨ ਕਮਿਊਨਿਟੀ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਤੇ ਨੰਬਰ 1 ਹੈਗਾ ਇਸ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਬਰੈਂਪਟਨ ਰੀਜਨ ਆਫ ਪੀਲ ਦੇ ਵਿੱਚ। ਸੋ ਜਦੋਂ ਅਸੀਂ ਬੱਚਿਆਂ ਨੂੰ ਦੇਖਦੇ ਹੈਗੇ ਆ, ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਦੋਂ ਲੰਚ ਪੈਕ ਕਰਦੇ ਹਾਂ ਐਜ਼ ਅ ਸਕੂਲ ਟਰਸਟੀ, ਮੈਂ ਕਹਾਂਗੀ ਕਿ ਜਦੋਂ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਦਾ ਲੰਚ ਬਾਕਸ ਪੈਕ ਕਰਦੇ ਹੈਗੇ ਆ, ਅਸੀਂ ਮੇਕ ਸ਼ੋਰ ਕਰੀਏ ਕਿ ਉਹਦੇ ਵਿੱਚ ਹੈਲਦੀ ਫੂਡ ਹੈਗਾ। ਨੋ ਜੂਸ, ਨੋ ਸ਼ੂਗਰੀ ਡਰਿੰਕਸ ਐਂਡ ਨੋ ਸ਼ੂਗਰੀ ਮਫਨਸ ਐਂਡ ਪੇਸਟਰੀਜ਼ ਗੋਇੰਗ ਟੂ ਦ ਸਕੂਲ, ਜਸਟ ਦ ਹੈਲਦੀ ਫੂਡ। 2, 1, go! ਇਸ ਇਵੈਂਟ ਵਿੱਚ 4 ਕਿਲੋਮੀਟਰ ਅਤੇ 2 ਕਿਲੋਮੀਟਰ ਦੀ ਦੌੜਾਂ ਅਤੇ ਵਾਕ ਵੀ ਕਰਵਾਈ ਗਈ। The South Asian community in particular has the highest prevalence of diabetes. So we need to bring awareness to this issue. We need to bring awareness to our diet as well. ਜ਼ਿਕਰਯੋਗ ਹੈ ਕਿ 2018 ਵਿੱਚ ਯੂਥ ਫॉर ਡਾਇਬੀਟੀਜ਼ ਵੱਲੋਂ ਪਹਿਲੀ ਵਾਰ ਆਯੋਜਿਤ ਕੀਤੇ ਗਏ ਇਸ ਇਵੈਂਟ ਵਿੱਚ ਕਾਫੀ ਲੋਕਾਂ ਨੇ ਹਿੱਸਾ ਲਿਆ ਸੀ, ਜਿਸ ਦੌਰਾਨ $8,000 ਦੇ ਫੰਡਸ ਇਕੱਤਰ ਕਰਕੇ ਡਾਇਬੀਟੀਜ਼ ਕੈਨੇਡਾ ਡੀ ਕੈਂਪਸ ਨੂੰ ਭੇਜੇ ਗਏ ਸਨ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਨਜ਼ਰ ਮਾਰਾਂਗੇ ਫੈਡਰਲ ਚੋਣਾਂ ਤੇ ਕਰਾਂਗੇ ਮੁਲਾਕਾਤ ਸਰੀ ਤੋਂ ਇੱਕ ਵਾਰੀ ਫੇਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਰਣਦੀਪ ਸਰਾਏ ਦੇ ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਕੈਨੇਡਾ ਵਿੱਚ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਲਈ ਸਾਰੀ ਹੀ ਪਾਰਟੀਆਂ ਵੱਲੋਂ ਪੂਰਾ ਜ਼ੋਰ ਲੱਗਿਆ ਹੋਇਆ ਹੈ। ਵੱਖ-ਵੱਖ ਉਮੀਦਵਾਰਾਂ ਵੱਲੋਂ ਕੈਂਪੇਨ ਆਫਿਸ ਖੋਲ੍ਹ ਕੇ ਕੈਂਪੇਨ ਲਾਂਚ ਕਰ ਦਿੱਤੀ ਗਈ ਹੈ। ਗੱਲ ਕਰਦੇ ਹਾਂ ਸਰੀ ਤੋਂ ਮੌਜੂਦਾ ਉਮੀਦਵਾਰ ਰਣਦੀਪ ਸਰਾਏ ਦੇ ਨਾਲ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਕੈਂਪੇਨ ਲਾਂਚ ਕੀਤੀ। ਸਰੀ ਸੈਂਟਰਲ ਮੈਂਬਰ ਆਫ ਪਾਰਲੀਮੈਂਟ ਆਨਰੇਬਲ ਰਣਦੀਪ ਸਿੰਘ ਸਰਾਏ ਉਹਨਾਂ ਨੂੰ ਕੈਂਪੇਨ ਆਫਿਸ ਫੈਡਰਲ ਗਵਰਨਮੈਂਟ ਨੇ ਦੇ ਦਿੱਤਾ ਹੈ। ਗੱਲਬਾਤ ਕਰਦੇ ਉਹਨਾਂ ਦੇ ਨਾਲ। ਅੱਜ ਤੁਸੀਂ ਮੇਰੇ ਮਗਰ ਦੇਖ ਵੀ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਪੋਰਟਰ ਵੀ ਪਹੁੰਚੇ ਹੋਏ ਹਨ। ਅੱਜ ਸ਼ੁਰੂਆਤ ਤੁਸੀਂ ਕੀਤੀ, ਉਹ ਕਿੱਦਾਂ ਦਾ ਰਿਸਪੌਂਸ ਰਿਹਾ? ਦੇਖੋ, ਬਹੁਤ ਵਧੀਆ ਰਿਸਪੌਂਸ ਹੈ ਸਾਡੀ ਕਮਿਊਨਿਟੀ ਨੇ ਪਿਛਲੇ 4 ਸਾਲ ਦੇ ਦਿੰਦੇ ਆਉਂਦੇ ਰਹੇ ਆ, ਔਰ ਅੱਜ ਫੇਰ ਹੁਮਾ ਕੇ ਅੱਜ ਅਸੀਂ ਕੈਂਪੇਨ ਆਫਿਸ ਓਪਨ ਕੀਤਾ ਤੇ ਬਹੁਤ ਉਤਸ਼ਾਹ ਦੇ ਨਾਲ ਸਾਰੀ ਕਮਿਊਨਿਟੀ ਨੇ ਸਪੋਰਟ ਕੀਤੀ। ਅਸੀਂ ਇਸੇ ਤਰ੍ਹਾਂ ਆਸ ਕਰਦੇ ਕਿ ਅਕਤੂਬਰ 21 ਨੂੰ ਉਹ ਸਾਨੂੰ ਹੁਮਾ ਕੇ ਵੋਟਾਂ ਪਾਉਣਗੇ, ਸਪੋਰਟ ਕਰਨਗੇ ਤੇ ਅਸੀਂ ਅਗਲੇ 4 ਸਾਲ ਇਸੇ ਤਰ੍ਹਾਂ ਇਹਨੂੰ ਵੀ ਵਧੀਆ ਅਸੀਂ ਸਰੀ 'ਚ ਡਿਵੈਲਪਮੈਂਟ ਲਿਆਵਾਂਗੇ। ਔਰ ਓਵਰਆਲ ਇਕੋਨਮੀ ਜਿਹੜੀ ਕੈਨੇਡਾ ਦੀ ਤੇ ਜਿਹੜਾ ਮਾਹੌਲ ਆ, ਜਿਹੜਾ ਪਿਆਰ ਮੁਹੱਬਤ ਵਾਲਾ ਮਾਹੌਲ ਆ, ਵਿਤਕਰਾ ਤੋਂ ਬਗੈਰ ਮਾਹੌਲ ਆ, ਉਹਨੂੰ ਅਸੀਂ ਕਾਮਯਾਬ ਕੈਨੇਡਾ 'ਚ ਕਰਾਂਗੇ। ਸਰਾਏ ਸਾਹਿਬ, ਤੁਸੀਂ ਸਾਰੀ ਉਮਰ ਹੀ ਇਸ ਏਰੀਏ ਦੇ ਵਿੱਚ ਲੰਘਾਈ ਆ। ਜਦ ਤੁਸੀਂ ਪਹਿਲੀ ਵਾਰੀ ਇਲੈਕਟ ਹੋਏ ਸੀਗੇ, ਕਈ ਗੱਲਾਂ ਤੁਹਾਡੇ ਦਿਮਾਗ 'ਚ ਹੋਣੀਆਂ ਕਿ ਮੈਂ ਇੰਪਰੂਵਮੈਂਟ ਕਰਨੀ ਆ, ਖਾਸ ਕਰਕੇ ਸਰੀ ਸੈਂਟਰ ਹਲਕੇ ਦੇ ਵਿੱਚ। ਹੁਣ 4 ਸਾਲ ਲੰਘ ਗਏ ਨੇ, ਕੀ ਕੁਝ ਆਪਾਂ ਉਸ ਤੇ ਕਿੰਨਾ ਕੁਝ ਆਪਾਂ ਨਿਭਾ ਸਕੇ ਨੇ, ਉਹਤੇ ਕਿੰਨਾ ਕੁ ਪੈਰਾ ਦੇ ਸਕੇ ਤੁਸੀਂ? ਦੇਖੋ, ਮੈਂ ਬਹੁਤ ਖੁਸ਼ੀ ਨਾਲ ਕਹਿ ਸਕਦਾ ਕਿ ਅਸੀਂ ਬਹੁਤ ਪੈਰਾ ਦਿੱਤਾ, ਔਰ ਇਹ ਬੜੇ ਔਖੇ ਹੁੰਦੇ ਆ ਕਿ ਇੱਕ ਟਰਮ ਦੇ ਵਿੱਚ ਫੰਡਿੰਗ ਅਨਾਊਂਸ ਕਰਾਉਣੀ, ਬਿਲਡ ਕਰਾਉਣੀ ਤੇ ਖਿਲਾਉਣਾ ਉਹ ਫੈਸਿਲਿਟੀਆਂ, ਤੇ ਅਸੀਂ ਕਾਫੀ ਸਕਸੈਸਫੁਲ ਰਹੇ ਹਾਂ। ਜੇ ਤੁਸੀਂ ਪੜ੍ਹਾਈ ਦੇ ਕੇਂਦਰ 'ਚ ਦੇਖੋ, ਸਰੀ ਦੇ ਵਿੱਚ 15 ਸਾਲ ਤੋਂ ਕੋਈ ਐਕਸਪੈਂਸ਼ਨ ਨਹੀਂ ਸੀ ਪੋਸਟ ਸੈਕੰਡਰੀ। ਬੇਸ਼ੱਕ 1000 ਬੰਦਾ ਸਾਲ ਮਹੀਨੇ ਦਾ ਸ਼ਹਿਰ ਨੂੰ ਆਈ ਜਾਂਦਾ ਸੀ, ਪਰ ਸਾਡੇ ਯੂਨੀਵਰਸਿਟੀ ਕਾਲਜ ਦੇ ਸਪਾਟ ਨਹੀਂ ਸੀ ਵਧਾਏ ਜਾਂਦੇ। ਅਸੀਂ 4 ਸਾਲਾਂ ਦੇ ਵਿੱਚ ਹੁਣ
ਯੂਨੀਵਰਸਿਟੀ ਦੀ ਇੰਜੀਨੀਅਰਿੰਗ ਕੈਂਪਸ ਨੂੰ 125 ਮਿਲੀਅਨ ਦਾ ਕੈਂਪਸ ਜਿਹਦਾ ਕਿ 90 ਮਿਲੀਅਨ ਸਰਕਾਰ ਨੇ ਦਿੱਤਾ, ਉਹ ਅਨਾਉਂਸ ਫਰਵਰੀ 'ਚ ਕੀਤਾ ਗਿਆ ਸੀਗਾ, 2016 'ਚ ਅਨਾਉਂਸ ਕੀਤਾ ਗਿਆ ਸੀਗਾ। ਉਹ ਅੱਜ ਖੁੱਲ੍ਹ ਗਿਆ। ਕਲਾਸਾਂ ਵਿੱਚ 2000 ਬੱਚੇ ਪੜ੍ਹਦੇ ਆ, ਉਸ ਫੈਸਿਲਿਟੀ ਨੂੰ ਯੂਜ਼ ਕਰਦੇ। 450 ਇੰਜੀਨੀਅਰ ਉਹ ਤੋਂ ਹਰ ਸਾਲ ਪੈਦਾ ਹੋਇਆ ਕਰਨਗੇ। ਸੋ ਸਾਨੂੰ ਬਹੁਤ ਮਾਣ ਦੀ ਗੱਲ ਆ। ਇਹ ਇੱਕ ਗੱਲ ਹੋਈ। ਇਸੇ ਤਰ੍ਹਾਂ ਸਾਡੇ ਵੈਟਰਨ 7,500 ਵੈਟਰਨਸ ਆ, ਚਾਹੇ ਉਹ ਆਰਮੀ ਦੇ ਆ, ਨੇਵੀ 에ਅਰਫੋਰਸ ਦੇ ਆ, ਚਾਹੇ ਉਹ RCMP ਦੇ ਆ, ਤੇ ਚਾਹੇ ਉਹ ਕਰੈਕਸ਼ਨ ਫੈਸਿਲਿਟੀ ਦੇ। ਜਿਹੜੇ ਪੈਨਸ਼ਨਾਂ ਦੇ ਮਾਮਲੇ ਆਪਣੇ ਇੰਜਰੀਜ਼ ਦੇ, ਉਹ ਉਹਨਾਂ ਕੋਲ ਵੈਟਰਨ ਸੈਂਟਰ ਬਹੁਤ ਦੂਰ ਹੁੰਦਾ ਸੀਗਾ। ਹੁਣ ਉਹਨਾਂ ਦਾ ਵੈਟਰਨ ਸੈਂਟਰ ਪਹਿਲਾ ਜਿਹੜਾ ਕੈਨੇਡਾ 'ਚ ਬਣਿਆ ਸਰਕਾਰੀ ਦਫ਼ਤਰ, ਉਹ ਇੱਥੇ ਖੁੱਲ੍ਹ ਗਿਆ, ਇੱਥੋਂ 4 ਬਲਾਕੀ ਦੂਰ ਗੇਟਵੇ ਸਟੇਸ਼ਨ 'ਤੇ। ਇਸੇ ਤਰ੍ਹਾਂ ਸਾਡਾ ਕ੍ਰਾਈਮ ਦੀ ਪ੍ਰੋਬਲਮ ਸੀ ਕਿ ਬੱਚਿਆਂ ਦਾ ਕ੍ਰਾਈਮ, ਉਹਦੇ ਲਈ ਸਾਰੇ ਕਈ ਯਤਨ ਸੀਗੇ। ਤੇ ਇੱਕ ਤਾਂ ਪ੍ਰੀਵੈਂਸ਼ਨ ਤੇ ਇੰਟਰਵੈਂਸ਼ਨ ਵਾਸਤੇ ਉਹਦੇ $7.5 ਮਿਲੀਅਨ ਸਾਨੂੰ ਮਿਲਿਆ ਸਰੀ ਨੂੰ ਦੇਣ ਵਾਸਤੇ, ਜਿਹੜੇ ਕਿ ਬੱਚਿਆਂ ਨੂੰ, ਕੁੜੀਆਂ ਨੂੰ, ਮੁੰਡਿਆਂ ਨੂੰ, ਉਹਨਾਂ ਦੇ ਮਾਂ-ਬਾਪ ਨੂੰ ਸਪੋਰਟ ਦੇਣ ਨੂੰ, ਜਦੋਂ ਗੈਂਗਾਂ 'ਚੋਂ ਨਿਕਲਣਾ ਚਾਹੁੰਦੇ ਜਾਂ ਉਹਨਾਂ ਦੇ ਵਿਕਟਮ ਆ, ਉਹ 4,500 ਪਰਿਵਾਰ ਨੂੰ ਫੈਸਿਲਿਟੀ ਦੇ ਸਕਦੇ ਆ। ਉਹ ਖੁੱਲ੍ਹ ਗਿਆ, ਉਹ ਵੀ ਇਸੇ ਹੀ ਰਾਈਡਿੰਗ ਦੇ ਵਿੱਚ ਦਫ਼ਤਰ ਖੁੱਲ੍ਹਿਆ। ਇਸ ਦੇ ਨਾਲ ਜਿਹੜਾ ਕ੍ਰਾਈਮ ਨੂੰ ਸੋਲਵ ਕਰਨ ਲਈ ਸਾਡੇ ਕੋਲ ਫੋਰੈਂਸਿਕ ਲੈਬ ਬਹੁਤ ਪੁਰਾਣੀ ਸੀ ਵੈਨਕੂਵਰ ਤੇ ਵੈਸਟਰਨ ਕੈਨੇਡਾ 'ਚ, ਸਾਰਾ ਐਵੀਡੈਂਸ ਈਸਟਰਨ ਕੈਨੇਡਾ ਨੂੰ ਜਾਂਦਾ ਸੀ। ਉਹ ਪਿਛਲੀ ਸਰਕਾਰ ਨੇ ਉਹਦੀ ਫੰਡਿੰਗ ਨਹੀਂ ਸੀ ਦਿੱਤੀ ਜਦੋਂ ਪਲਾਨ ਗ੍ਰੀਨ ਟਿੰਬਰ 'ਚ RCMP ਹੈੱਡਕੁਆਟਰ ਬਣਿਆ। ਹੁਣ ਅਸੀਂ ਉਹਦੀ $60 ਮਿਲੀਅਨ ਫੰਡਿੰਗ ਕੀਤੀ। ਉਹ ਬਣ ਵੀ ਗਈ, ਬਿਲਡਿੰਗ ਖੁੱਲ੍ਹ ਵੀ ਗਈ, ਔਰ ਉਹਦੇ 'ਚ 140 ਸਾਇੰਟਿਸਟ ਕੰਮ ਕਰਦੇ ਆ, ਜਿਹੜੇ ਕਿ ਕ੍ਰਾਈਮ ਨੂੰ ਸੋਲਵ ਕਰਨ ਵਾਸਤੇ ਡੇ ਐਂਡ ਨਾਈਟ ਕੰਮ ਕਰਦੇ। ਸੋ ਆਸ ਕਰਦੇ ਜਿਹੜਾ ਕਿ ਕਾਨੂੰਨੀ ਕਾਰਵਾਈ ਆ ਉਹ ਵੀ ਜਲਦੀ ਹੋਇਆ ਕਰੂਗੀ। ਸੋ ਇਹ ਚੀਜ਼ਾਂ ਅਸੀਂ ਬਹੁਤ ਖੁਸ਼ੀ। ਇਸੇ ਤਰ੍ਹਾਂ ਸਕਾਈ ਟ੍ਰੇਨ ਦੀ ਜਿਹੜਾ ਸਟੇਸ਼ਨ ਆ ਉਹ ਅਪਗ੍ਰੇਡ ਹੋ ਗਿਆ ਸਾਡੇ ਸਰੀ ਦੇ, ਜਿਹੜੇ ਬੜੇ ਪੁਰਾਣੇ ਸੀ 30-35 ਸਾਲ ਦੇ। ਇਸ ਦੇ ਨਾਲ ਨਵੀਂ ਫੰਡਿੰਗ 1.65 ਬਿਲੀਅਨ ਮਿਲ ਗਿਆ, ਜਿੰਨਾ ਕਿ ਹੁਣ ਫਰੇਜ਼ਰ ਹਾਈਵੇ ਤੇ ਸਕਾਈ ਟ੍ਰੇਨ ਬਣੂਗੀ। 900 ਬੱਸਾਂ ਔਰ ਸਕਾਈ ਟ੍ਰੇਨ ਦੀਆਂ ਪੁਰਾਣੀਆਂ ਗੱਡੀਆਂ ਨਵੀਆਂ ਰੀਫਰਬਿਸ਼ ਹੋ ਕੇ ਨਵੀਆਂ ਆਲਰੇਡੀ ਚੱਲਣ ਲੱਗ ਪਈਆਂ। ਸੋ ਸਾਨੂੰ ਬੜਾ ਮਾਣ ਹੈ ਕਿ ਲੋਕਾਂ ਦਾ ਜਿਹੜਾ ਸਰੀ ਸੈਂਟਰ ਜਿਹੜਾ ਸ਼ਹਿਰ ਆ, ਸਾਡਾ ਗੋਲ ਸੀਗਾ ਕਿ ਇਹਨੂੰ ਮੇਕ ਇਟ ਦ ਬੈਸਟ ਪਲੇਸ ਟੂ ਲਿਵ, ਲਰਨ, ਵਰਕ ਐਂਡ ਪਲੇ। ਤਾਂ ਉਹਦੇ ਵਾਸਤੇ ਇਹ ਚਾਰੇ ਪੱਖੋਂ ਅਸੀਂ ਲਿਵ ਕਰਨ ਵਾਸਤੇ ਵੀ ਵਧੀਆ ਕੀਤਾ, ਲਰਨ ਕਰਨ ਵਾਸਤੇ ਵੀ ਕੀਤਾ, ਪਲੇ ਕਰਨ ਵਾਸਤੇ ਵੀ ਇਹ ਵਧੀਆ ਕੀਤਾ। ਸੋ ਇਹ ਸਾਡੀ ਗੋਲ ਸੀਗਾ। ਔਰ ਹਜੇ ਬਹੁਤ ਕੰਮ ਰਹਿੰਦੇ ਆ। ਸਾਡੇ ਗਰੀਬੀ ਨੂੰ ਦੂਰ ਕਰਨ ਵਾਸਤੇ 9 ਲੱਖ ਵਿਅਕਤੀ ਗਰੀਬੀ 'ਚੋਂ ਨਿਕਲਿਆ ਸਾਡਾ ਕੈਨੇਡਾ ਚਾਈਲਡ ਬੈਨੀਫਿਟ ਕਰਕੇ, ਔਰ GIS ਪੇਮੈਂਟਾਂ ਇੰਕਰੀਜ਼ ਕਰਨ ਨਾਲ। ਉਹਦੇ 'ਚੋਂ ਇਸ ਰਾਈਡਿੰਗ 'ਚ 105 ਮਿਲੀਅਨ ਸਾਲ ਦਾ 9 ਮਿਲੀਅਨ ਹਰ ਮਹੀਨੇ ਬੱਚਿਆਂ ਨੂੰ ਟੈਕਸ ਫਰੀ ਮਿਲਦਾ, ਜਿਹੜਾ ਕਿ 14,000 ਪਰਿਵਾਰ, 24,000 ਬੱਚੇ ਨੂੰ ਸਹਾਇਤਾ ਹੁੰਦੀ ਹੈ। ਸੋ ਐਵਰੀ ਬੱਚਾ ਬੇਸਿਕਲੀ ਇਸ ਰਾਈਡਿੰਗ ਦੇ ਵਿੱਚ ਉਹਨੂੰ ਉਹ ਫੰਡਿੰਗ ਮਿਲਦੀ ਟੈਕਸ ਫਰੀ, ਜਿਹਦੇ ਨਾਲ ਉਹ ਚਾਹੇ ਡੇ ਕੇਅਰ ਕਰੇ, ਚਾਹੇ ਉਹ RESP ਆਪਣੇ ਬੱਚਿਆਂ ਦੇ ਫਿਊਚਰ ਲਈ ਲੈਵੇ, ਤੇ ਚਾਹੇ ਉਹ ਆਪਣੇ ਖੇਡਾਂ ਜਾਂ ਹੋਰ ਪੜ੍ਹਾਈ ਲਈ ਵਾਸਤੇ ਉਹਦੀ ਸਹਾਇਤਾ ਕਰ ਸਕੇ, ਉਹਨਾਂ ਨੂੰ ਇਹ ਟੈਕਸ ਫਰੀ ਮਿਲਦਾ। ਸੋ ਉਹਦੀ ਬਹੁਤ ਬਿਗ ਇੰਪਰੂਵਮੈਂਟ ਹੋਈ। ਇਸ ਦੇ ਨਾਲ ਮਿਡਲ ਕਲਾਸ ਦਾ ਟੈਕਸ ਰੇਟ ਅਸੀਂ ਘਟਾਇਆ, ਅਮੀਰਾਂ 'ਤੇ ਥੋੜ੍ਹਾ ਵੱਧ ਬਣਾਇਆ, ਮਿਡਲ ਇਨਕਮ ਜਿਹੜੀਆਂ ਕੰਪਨੀਆਂ ਉਹਨਾਂ ਦਾ ਟੈਕਸ ਰੇਟ ਵੀ ਘਟਾਇਆ। ਇਹਦੇ ਨਾਲ 1 ਮਿਲੀਅਨ ਨਿਊ ਜੌਬਸ ਕੈਨੇਡਾ 'ਚ ਹੋਈਆਂ। ਈਵਨ ਲਾਸਟ ਮੰਥ ਰੈਕਡ ਇੰਪਰੂਵਮੈਂਟ 80,000 ਤੋਂ ਵੱਧ ਜੌਬਾਂ ਆਈਆਂ। ਸੋ ਸਾਡਾ ਗੋਲ ਹੈ ਕਿ ਆਉਣ ਵਾਲੇ ਸਮੇਂ ਇਸੇ ਤਰ੍ਹਾਂ ਜੌਬ ਗਰੋਥ, GDP ਗਰੋਥ, ਅਨਐਮਪਲੋਇਮੈਂਟ ਰੇਟ ਹੋਰ ਲੋਅਰ ਹੋਵੇ, ਜੌਬ ਗਰੋਥ ਹਾਇਰ ਹੋਵੇ। ਸੋ ਨੋ ਡਾਊਟ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਵੱਡੇ ਬਿਜ਼ਨੈਸ ਨੂੰ ਟੈਕਸ ਲਾਏ, ਮੈਂ ਇਸ ਤੋਂ ਕਾਫੀ ਸਹਿਮਤ ਹਾਂ, ਕਿਉਂਕਿ ਮੈਂ ਵੱਡੇ ਬਿਜ਼ਨਸ ਕਈ ਮੇਰੇ ਕੋਲ ਆਉਂਦੇ ਵੀ ਰਹੇ ਨੇ ਕਿ ਅਸੀਂ ਯਾਰ ਮਤਲਬ ਇਹਨਾਂ ਨੇ ਟੈਕਸ ਲਾਤਾ। ਉਸ ਤੋਂ ਉੱਪਰ ਜਿਹੜਾ ਸਟ੍ਰੈਸ ਟੈਸਟ ਹੈ ਜਿਹੜਾ ਉਹਦੇ ਬਾਰੇ ਵੱਡੇ ਬਿਜ਼ਨਸ ਵੀ ਗੱਲ ਕਰਦੇ ਆ। ਉਹ ਕਿਤੇ ਨਾ ਕਿਤੇ ਚਾਹੁੰਦੇ ਨੇ ਕਿ ਐਲੀਮੀਨੇਟ ਕਰਦੇ ਲਿਬਰਲ ਪਾਰਟੀ ਜਾਂਦੇ ਜਾਂਦੇ। ਤਾਂ ਕੋਈ ਉਹਦੇ 'ਤੇ ਕੀ ਕਹਿਣਾ ਚਾਹੋਗੇ? ਉਹਦੇ ਉੱਪਰ ਸਾਡੇ ਟਰੂਡੋ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਕੀ ਕਹਿਣਾ? ਸੋ ਉਹ ਪਹਿਲੀ ਗੱਲ ਤਾਂ ਇੰਡੀਪੈਂਡੈਂਟ ਹੈ। ਜਿਹੜਾ ਸਟ੍ਰੈਸ ਟੈਸਟ ਆ, ਇਹ ਆਫਿਸ ਆਫ ਸੁਪਰਨਟੈਂਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਟ, ਜੋ ਬੈਂਕਾਂ ਦਾ ਹੈੱਡ ਆ, ਉਹ ਸਰਕਾਰੀ ਮੁਲਾਜ਼ਮ ਹੈਗਾ, ਪਰ ਉਹ ਹੈਗਾ ਇੰਡੀਪੈਂਡੈਂਟ, ਜਿਵੇਂ ਜੱਜ ਇੰਡੀਪੈਂਡੈਂਟ ਹੁੰਦੇ ਆ। ਉਹਦੀ ਜੌਬ ਹੈ ਬੈਂਕਾਂ ਦੀ ਤੇ ਫਾਈਨੈਂਸ਼ੀਅਲ ਰੈਗੂਲੇਸ਼ਨਸ ਦੀ ਲਾਜ਼ ਐਂਡ ਰੂਲਸ ਬਣਾਉਣ। ਉਹ ਨਹੀਂ ਮਹਿਸੂਸ ਕੀਤਾ ਕਿ ਸਟ੍ਰੈਸ ਟੈਸਟ ਜ਼ਰੂਰੀ ਆਵੇ। ਲੋਕ ਕਈ ਮੋਰਗੇਜ ਜ਼ਿਆਦਾ ਚੱਕ ਲੈਂਦੇ ਤਾਂ ਆਪਣੀ ਜੇ ਇੰਟਰਸਟ ਰੇਟ ਵੱਧ ਗਿਆ 1 ਜਾਂ 2% ਤਾਂ ਉਹ ਬਹੁਤ ਮੁਸ਼ਕਿਲ 'ਚ ਆ ਜਾਣਗੇ। ਉਹ ਮੋਨੀਟਰ ਕਰਦੇ ਡੇਲੀ, ਰੈਗੂਲਰਲੀ। ਅਸੀਂ ਉਹਨਾਂ ਦੀ ਜਿਹੜੀ ਸਾਡੇ ਬਿਲਡਰ ਕਮਿਊਨਿਟੀ, ਟ੍ਰੇਡਸ ਕਮਿਊਨਿਟੀ, ਹੋਮ ਓਨਰ ਕਮਿਊਨਿਟੀ, ਉਹਨਾਂ ਦੀ ਮੁਸ਼ਕਿਲਾਂ ਉਹਨਾਂ ਦੇ ਸਾਹਮਣੇ ਕੀਤੀਆਂ। ਇੱਥੇ ਹੀ ਟਾਊਨ ਹਾਲ ਕੀਤਾ ਸੀ। ਸੋ ਉਹ ਸਾਨੂੰ ਦੱਸ ਰਿਹਾ, ਉਹਦਾ ਮੋਨੀਟਰ ਕਰ ਰਿਹਾ। ਪਰ ਇਸ ਦੇ ਨਾਲ ਨਾਲ ਅਸੀਂ ਫਸਟ ਟਾਈਮ ਹੋਮ ਬਾਇਰ ਲਈ ਵੀ ਬੜੀ ਇਨਸੈਂਟਿਵ ਦਿੱਤਾ। ਜਿਵੇਂ ਸਰੀ ਸੈਂਟਰ ਜਿਹੜੇ ਕੌਂਡੋ ਟਾਊਨ ਹਾਊਸ ਬਣਦੇ ਆ, ਉਹ 560,000 ਤੱਕ ਗਵਰਨਮੈਂਟ 10% ਡਾਊਨ ਪੇਮੈਂਟ ਵੀ ਦੇਊਗੀ ਉਹਦੇ ਬਰਾਬਰ, ਤੇ ਉਹਨਾਂ 10% ਤੁਹਾਡੀ ਪੇਮੈਂਟ ਘਟੂਗੀ। ਸੋ ਜਿਹੜਾ ਸਟ੍ਰੈਸ ਟੈਸਟ ਦਾ
ਇਫੈਕਟ ਉਹਨਾਂ 'ਤੇ ਪੈਂਦਾ ਉਹ ਘਟੂਗਾ। ਸੋ ਇਹ ਥੋੜ੍ਹਾ ਸ਼ਿਫਟ ਆ ਕਿ ਉਹਨਾਂ ਨੂੰ ਜਰਾ ਜਿਹੜੇ ਸਟਾਰਟਰ ਹੋਮਸ ਆ ਉਹਲੇ ਬੂਸਟ ਜ਼ਿਆਦਾ ਮਿਲੂਗਾ। ਇਸ ਦੇ ਨਾਲ ਨਾਲ ਕੰਸਟਰਕਸ਼ਨ ਕਮਿਊਨਿਟੀ ਨੂੰ ਅਸੀਂ ਅਫੋਰਡੇਬਲ ਰੈਂਟਲ ਹਾਊਸਿੰਗ, ਤੁਸੀਂ ਦੇਖੋ ਜਿੰਨੇ ਵੀ ਅਪਾਰਟਮੈਂਟ ਬਿਲਡਿੰਗਾਂ ਉਹ 30-40 ਸਾਲ ਪੁਰਾਣੀਆਂ, ਕਿਸੇ ਨੇ ਨਵੀਆਂ ਬਣਾਈਆਂ ਨੇ। ਅਸੀਂ ਤਾਂ ਬੇਸਮੈਂਟ ਸੁਈਟਾਂ ਕਰਕੇ ਥੋੜ੍ਹਾ ਜਿਹਾ ਰੂਮ ਮਿਲਿਆ ਲੋਕਾਂ ਨੂੰ, ਜੇ ਉਹ ਨਾ ਹੁੰਦੀਆਂ ਤਾਂ ਕੋਈ ਰੈਂਟਲ ਸਟਾਕ ਨਹੀਂ। ਉਹਨਾਂ ਨੂੰ ਵੀ ਅਸੀਂ ਇਨਸੈਂਟਿਵ ਦਿੱਤਾ ਕਿ ਉਹਨਾਂ ਨੂੰ ਵਿਆਜ ਥੋੜ੍ਹਾ ਅਤੇ ਉਹਨਾਂ ਨੂੰ ਐਮੋਰਟਾਈਜੇਸ਼ਨ ਲੰਮਾ ਚਿਰ ਦੇ ਕੇ। ਹੋਰ ਕੱਲ੍ਹ ਹੀ ਅਸੀਂ ਅਨਾਊਂਸ ਕਰਕੇ ਆਏ ਆ ਇੱਕ ਵਾਈਟ ਰੌਕ ਦੇ ਵਿੱਚ ਨਵੀਂ ਅਪਾਰਟਮੈਂਟ ਕੰਪਲੈਕਸ ਸਾਊਥ ਸਰੀ ਦੇ ਵਿੱਚ। ਇਸੇ ਤਰ੍ਹਾਂ ਇੱਥੇ ਵੀ ਸਰੀ ਸੈਂਟਰ 4-5 ਹੁਣ ਪਲੈਨਿੰਗ ਸਟੇਜਸ ਦੇ ਵਿੱਚ ਆ, ਜਿਹੜੇ ਕਿ ਅਫੋਰਡੇਬਲ ਰੈਂਟਲ ਸਟਾਕ ਦੇਣਗੇ, ਤਾਂ ਕਿ ਅਸੀਂ ਹਰ ਇੱਕ ਪ੍ਰਕਾਰ ਜਿਹੜਾ ਸਟਾਰਟ ਕਰਦਾ ਰੈਂਟ 'ਤੇ ਲੈਂਦਾ ਪਹਿਲਾਂ, ਉਸ ਤੋਂ ਬਾਅਦ ਜਿਹੜਾ ਪਹਿਲਾਂ ਆਪਣਾ ਕੌਂਡੋ ਜਾਂ ਟਾਊਨ ਹਾਊਸ ਲੈਂਦਾ ਅਤੇ ਉਸ ਤੋਂ ਬਾਅਦ ਜਿਹੜਾ ਘਰ ਲੈਂਦਾ, ਹਰ ਇੱਕ ਸਟੈਪ 'ਤੇ ਅਸੀਂ ਸਹਾਇਤਾ ਕਰਨੀ ਆ। ਇਹ ਸਾਡਾ ਗੋਲ ਆ। ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਸਰੀ ਸੈਂਟਰ ਹਲਕੇ ਦੇ ਵਿੱਚ ਡਿਵੈਲਪਮੈਂਟ ਪੱਖੋਂ ਬਹੁਤ ਕੰਮ ਹੋਇਆ। ਪਰ ਇੱਕ ਚੀਜ਼ ਮੈਂ ਹੋਰ ਸਰਾਜ ਸਾਹਿਬ ਤੁਹਾਨੂੰ ਪੁੱਛਣਾ ਚਾਹਾਂਗਾ, ਕ੍ਰਾਈਮ ਨੂੰ ਲੈ ਕੇ ਹੁਣ ਸਰੀ ਦੇ ਲੋਕਾਂ ਦਾ ਕਹਿਣਾ ਸੀਗਾ ਕਿ ਸਾਨੂੰ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਆ। ਹੁਣ ਤੁਹਾਡੀ ਫੈਡਰਲ ਪੁਲਿਸ ਆ, ਫੈਡਰਲ ਗਵਰਨਮੈਂਟ ਦੀ, ਤੁਸੀਂ ਇਹ 'ਤੇ ਕੀ ਕਹਿਣਾ ਚਾਹੋ? ਦੇਖੋ, ਅਸੀਂ ਜੋ ਸਿਟੀ ਚਾਹੂਗਾ ਅਸੀਂ ਉਸ ਨਾਲ ਸਹਿਮਤ ਹਾਂ। ਤਦੇ ਅਸੀਂ ਸਾਡੇ ਰਾਲਫ ਗਡੇਲ ਮਿਨਿਸਟਰ ਨੇ ਵੀ ਕਿਹਾ ਕਿ ਜੇ ਟ੍ਰਾਂਜੀਸ਼ਨ ਤੁਸੀਂ ਕਰਨੀ ਸਿਟੀ ਪੁਲਿਸ ਨੂੰ, ਅਸੀਂ ਪੂਰੀ ਉਹਦੇ ਨਾਲ ਸਹਿਮਤ ਹੈਗੇ ਆ। ਇਹ ਤੁਹਾਡੀ ਚੋਇਸ ਆ। ਅਸੀਂ ਤਾਂ ਸਿਰ ਜੇ ਤੁਸੀਂ ਸਾਨੂੰ ਹਾਇਰ ਕਰਦੇ ਅਸੀਂ ਹਾਜ਼ਰ ਹੈ, ਅਤੇ ਜੇ ਤੁਸੀਂ ਹੋਰ ਆਪਣਾ ਬਣਾਉਣਾ ਆਪ, ਅਸੀਂ ਉਹਨਾਂ ਜਿਹੜਾ ਟ੍ਰਾਂਜੀਸ਼ਨ ਦੇ ਵਿੱਚ ਵੀ ਹੁਣ ਪੈਨਸ਼ਨਾਂ ਦਾ ਸੀਗਾ ਇਸ਼ੂ, ਉਹ ਵੀ ਪੁਲਿਸ ਅਫਸਰਾਂ ਦਾ ਹੱਲ ਕਰ ਦਿੱਤਾ, ਤਾਂ ਕਿ ਜਿਹੜਾ RCMP ਆਫਿਸ ਸਿਟੀ ਪੁਲਿਸ ਜਾਣਾ ਚਾਹੁੰਦਾ ਉਹਨੂੰ ਵੀ ਉਹ ਸਹਾਇਤਾ ਕਰੇਗੀ, ਉਹਦੀ ਪੈਨਸ਼ਨ ਟ੍ਰਾਂਸਫਰ ਕੀਤੀ ਜਾਊਗੀ। ਸੋ ਸਾਡੇ ਵੱਲੋਂ ਕੋਈ ਰੋਡ ਬਲਾਕ ਨਹੀਂ ਹੈਗਾ, ਅਸੀਂ ਪੂਰੀ ਸਹਾਇਤਾ ਦੇਵਾਂਗੇ ਸਿਟੀ ਪੁਲਿਸ ਆਉਣ ਵਾਸਤੇ। ਔਰ ਇਹ ਹੁਣ ਬਾਕੀ ਸਿਟੀ ਮੇਅਰ ਦਾ ਅਤੇ ਪ੍ਰੋਵਿੰਸ਼ੀਅਲ ਜਿਹੜਾ ਸੋਲਿਸਿਟਰ ਜਨਰਲ, ਉਹਨਾਂ ਦੇ ਦੋਨਾਂ ਦੇ ਵਿਚਕਾਰ ਆ ਕਿ ਉਹ ਇਹਦੇ ਫਾਈਨਲ ਡੀਟੇਲਸ ਕਿਵੇਂ ਹੁੰਦੇ ਆ ਉਹਨੂੰ ਨਜਿੱਠਣਗੇ। ਸੋ ਸਾਡੇ ਵੱਲੋਂ ਆਲਵੇਜ਼ ਹੈਗਾ। ਅਸੀਂ ਤਾਂ ਕ੍ਰਾਈਮ ਪ੍ਰੀਵੈਂਸ਼ਨ ਲਈ ਵੀ 7.5 ਮਿਲੀਅਨ, ਜੋ ਕਿ ਲਾਰਜੈਸਟ ਕੈਨੇਡਾ ਦੇ ਵਿੱਚ ਹੈਗਾ, ਉਹ ਵੀ ਦਿੱਤਾ। ਔਰ ਇੱਥੇ ਸਰੀ ਸੈਂਟਰ ਜੀ ਉਹਦਾ ਹੱਬ ਹੈ, ਜਿੱਥੇ ਕਿ ਕੋਈ ਪਰਿਵਾਰ ਨੂੰ ਕਦੇ ਵੀ ਆ ਗਹਿੰਗਾ ਕਰਕੇ ਕੋਈ ਭੀੜਤ ਆਵੇ, ਉਹਨਾਂ ਦੀ ਮਾਂ ਪਿਓ ਨੂੰ ਵੀ ਸਹਾਇਤਾ ਮਿਲੂਗੀ, ਬੱਚਿਆਂ ਨੂੰ ਸਹਾਇਤਾ ਮਿਲੂਗੀ। ਜਿਹੜਾ ਮੁੰਡਾ ਗੈਂਗ 'ਚ ਆ ਪਿਆ ਜਾਂ ਜੇ ਕੁੜੀ ਨੂੰ ਲੜਕੀ ਨੂੰ ਐਕਸਪਲੋਇਟ ਕੀਤਾ ਜਾਂਦਾ, ਉਹਨੂੰ ਸੈਪਰੇਟ ਟਾਈਪ ਆਫ ਕਾਉਂਸਲਿੰਗ ਮਿਲੀ ਜਾਊਗੀ। ਸੋ ਹੁਣ ਵੇਟਲੈਸ ਨਹੀਂ ਕੋਈ ਮਿਲਦੀ ਆ, ਜੇ ਕੋਈ ਹੈਲਪ ਚਾਹੁੰਦਾ ਉਹਨੂੰ ਹੈਲਪ ਹਾਜ਼ਰ ਹੈਗੀ ਆ। ਕੀ ਕਰਨਾ ਕਿ ਹਜੇ ਤੱਕ ਟਰੂਡੋ ਸਾਹਿਬ ਨੇ ਅਫੀਸ਼ੀਅਲੀ ਅਨਾਊਂਸ ਨਹੀਂ ਕੀਤਾ ਕਿ ਇਲੈਕਸ਼ਨਸ ਬਾਰੇ? ਦੇਖੋ, ਉਹਨਾਂ ਕੋਲ 35 ਦਿਨ ਮਿਨੀਮਮ ਹੈਗੇ, ਅਪ ਟੂ 105 ਦਿਨ ਹੁੰਦੇ ਆ। ਸੋ ਉਹ ਨਹੀਂ ਐਨੀ ਡੇ ਕਾਲ ਕਰ ਸਕਦੇ। ਆਈ ਥਿੰਕ 15 ਤਰੀਕ ਲਾਸਟ ਡੇ ਆ। ਸੋ ਅੱਜ ਮੇਰੇ ਕੋਲ 7 ਤਰੀਕ ਆ। ਸੋ ਆਉਣ ਵਾਲੇ 7 ਦਿਨਾਂ ਦੇ ਵਿੱਚ ਇਲੈਕਸ਼ਨ ਕਾਲ ਹੋ ਜਾਣੀ ਆ। ਉਹ ਥੋੜ੍ਹਾ ਸਸਪੈਂਸ ਵੀ ਚਾਹੀਦਾ ਹੁੰਦਾ ਤਾਂ ਕਿ ਅਸੀਂ ਸਾਰੇ ਐਕਸਾਈਟਿਡ ਰਹੀਏ ਵੀ ਕਦੋਂ ਹੋਣਾ। ਜਿੱਦਣ ਹੋ ਗਿਆ ਉਦਣ ਹੀ ਆ। ਪਰ ਜੇ ਤੁਸੀਂ ਦੇਖੋ, ਮਾਹੌਲ ਆਲਰੇਡੀ ਇਲੈਕਸ਼ਨ ਦਾ ਸ਼ੁਰੂ ਹੋ ਗਿਆ, ਸਾਰੇ ਰੈਡੀ ਆ, ਕੈਂਪੇਨ ਆਫਿਸ ਸਾਡੇ ਰੈਡੀ ਆ, ਸਾਡੇ ਕੈਂਡੀਡੇਟ ਸਿਲੈਕਟ ਹੋਇਆ, ਖਾਸ ਕਰਕੇ ਸਾਰੇ ਕੈਂਡੀਡੇਟ ਸਿਲੈਕਟਡ ਆ, ਸਾਰਿਆਂ ਦਾ ਦਫ਼ਤਰ ਖੁੱਲ੍ਹ ਗਿਆ ਜਾਂ ਖੁੱਲ੍ਹਣ ਵਾਲਾ ਹੀ ਆ 1-2 ਦਿਨਾਂ ਦੇ ਵਿੱਚ। ਸੋ ਐਨਰਜੀ ਬੜੀ ਜ਼ਬਰਦਸਤ ਆ। ਬਿਲਕੁਲ, ਮੈਂ ਦੇਖ ਸਕਦਾ ਵਾਂ ਅੱਜ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਸਪੋਰਟਰ ਵੀ ਕੈਂਪੇਨ ਆਫਿਸ ਦੀ ਓਪਨਿੰਗ 'ਤੇ ਪਹੁੰਚੇ ਹੋਏ ਹਨ। ਮੁੱਦੇ ਹੋਰ ਵੀ ਬੜੇ ਨੇ, ਇਮੀਗ੍ਰੇਸ਼ਨ ਦਾ ਵਾ, ਸਟੂਡੈਂਟਸ ਦਾ ਵਾ, ਕਈ ਮਸਲੇ ਨੇ। ਪਰ ਜਿੱਦਾਂ ਸਰਾਜ ਸਾਹਿਬ ਨੇ ਵੀ ਦੱਸਿਆ ਕਿ 21 ਅਕਤੂਬਰ ਨੂੰ ਇਲੈਕਸ਼ਨਸ ਨੇ, ਨਾਲ ਦੀ ਨਾਲ ਆਪਾਂ ਇਹਨਾਂ ਦੇ ਨਾਲ ਅਪਡੇਟ ਕਰਦੇ ਰਹਾਂਗੇ, ਇਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ। ਸੋ ਇਸ ਦੇ ਨਾਲ ਹੀ ਹੋ ਗਿਆ ਸਮਾਂ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਵੀ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਕੈਨੇਡਾ ਭਰ ਦੀਆਂ ਸਰਗਰਮੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਸੋ ਮਿਲਾਂਗੇ ਅਗਲੇ ਹਫਤੇ। ਪਰ ਜੇ ਤੁਸੀਂ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ID ਹੈ feedback@pdcnetwork.com। ਫਿਰ ਤੋਂ ਮੁਲਾਕਾਤ ਹੋਏਗੀ ਅਗਲੇ ਹਫਤੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।